ਰਾਜਨੀਤੀ ਤਾਂ ਇਹ ਹੈ ਵੀ ਡਾਈਨਿੰਗ ਟੇਬਲ ਰੱਖ ਕੇ ਮੂਹਰੇ ਜੀ ਉਹਦੇ ਉੱਪਰ ਨੋਟ ਰੱਖ ਕੇ ਉਹਨਾਂ ਨੂੰ ਅੱਗ ਲਾਓ, ਅੱਗ ਲਾਓ ਪੂਰੀ ਨੂੰ, ਤੇ ਫਿਰ ਦੇਖੋ ਕਿ ਤਕਲੀਫ ਹੁੰਦੀ ਹੈ। ਜੇ ਤਕਲੀਫ ਨਹੀਂ ਹੁੰਦੀ ਤਾਂ ਰਾਜਨੀਤੀ 'ਚ ਐਂਟਰ ਕਰ ਜਾਓ। ਸਤਿ ਸ੍ਰੀ ਅਕਾਲ ਜੀ। ਅੱਜ ਫਿਰ ਬੇहद ਖਾਸ ਵਿਸ਼ਾ ਲੈ ਕੇ ਆਏ ਤੁਹਾਡੇ ਲਈ, ਤੇ ਸਾਡੇ ਨਾਲ ਨੇ ਡਾਕਟਰ ਮੁਹੰਮਦ ਰਫੀ ਸਾਹਿਬ ਮਰੀਲਕੋਟਲਾ ਤੋਂ। ਅੱਜ ਨਾ ਕਮਾਲ ਦਾ ਵਿਸ਼ਾ ਰਾਜਨੀਤੀ। ਅਕਸਰ ਆਪਾਂ ਇਹ ਵਿਸ਼ੇ ਨੂੰ ਪਹਿਲਾਂ ਗੱਲਬਾਤ ਇਸ ਵਿਸ਼ੇ ਤੇ ਨਹੀਂ ਕੀਤੀ, ਤੇ ਅੱਜ ਮੈਂ ਚਾਹੁੰਦਾ ਵੀ ਇਸ ਤੇ ਨਾ ਇੱਕ ਸਕਾਰਾਤਮਕ ਨਜ਼ਰੀਏ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਜਾਵੇ, ਰਾਜਨੀਤੀ ਬਾਰੇ। ਸਰ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ, ਸ਼ੁਕਰੀਆ, ਮਿਹਰਬਾਨੀ। ਸਰ ਇੱਕ ਸਵਾਲ ਆਉਂਦਾ ਬਿਲਕੁਲ ਵੀ ਰਾਜਨੀਤੀ ਗੰਦੀ ਖੇਡ ਆ, ਫਿਰ ਉਹਨੂੰ ਚੰਗੀ ਕਿਵੇਂ ਕੀਤਾ ਜਾਊ? ਦੇਖੋ, ਜੇ ਆਪਾਂ ਪੋਲੀਟਿਕਸ ਦੀ, ਇੱਕ ਤਾਂ ਰਾਜਨੀਤੀ ਹੈ ਜੀ, ਤੇ ਇੱਕ ਹੈਗਾ ਰਾਜ ਦੀ ਨੀਤੀ ਜੀ, ਤੇ ਇੱਕ ਹੈਗੀ ਪੋਲੀਟਿਕਸ ਜੀ। ਪੋਲੀਟਿਕਸ ਜਿਹਨੂੰ ਆਪਾਂ ਕਹਿੰਦੇ ਆ, ਪੋਲੀਟਿਕਸ 100% ਇਜ਼ ਅ ਡਰਟੀ ਗੇਮ ਜੀ। ਔਰ ਪੋਲੀਟਿਕਸ ਦਾ ਜੇ ਅਸੀਂ ਨਿੱਜੀ ਮਤਲਬ ਦੇਖੀਏ ਤਾਂ ਆਪਣੇ ਨਿੱਜੀ ਸਵਾਰਥ ਲਈ ਕਿਸੇ ਚੀਜ਼ ਨੂੰ ਹਾਸਿਲ ਕਰਨਾ, ਜੀ, ਇਹ ਪੋਲੀਟਿਕਸ ਹੈ ਜੀ। ਜੇ ਅਸੀਂ ਪੋਲੀਟੀਕਲ ਇਹਦਾ ਐਨਾਲਿਸਿਸ ਕਰਦੇ ਹਾਂ ਤਾਂ ਮੇਰਾ ਖਿਆਲ ਹੈ ਇਹਦਾ ਬਾਬਾ ਆਦਮ ਜਿਹੜਾ ਹੈ, ਇਹਦਾ ਬਾਬਾ ਜਿਹੜਾ ਮੁੱਢ ਤੋਂ ਬਾਬਾ, ਉਹਨੂੰ ਅਸੀਂ ਪੋਲੀਟੀਕਲ ਸਾਇੰਸ ਦਾ ਜਿਹੜਾ ਬਾਬਾ ਹੈ ਉਹ ਅਸੀਂ ਕਹਿ ਲਈਏ ਸੁਕਰਾਤ। ਸੁਕਰਾਤ ਜਿਹਨੂੰ ਅੰਗਰੇਜ਼ੀ ਦੇ ਵਿੱਚ ਸੋਕਰੇਟਸ ਕਹਿੰਦੇ ਨੇ ਜੀ। ਸੁਕਰਾਤ ਜਿਹੜਾ ਹੈਗਾ ਇਹਦਾ ਬਾਬਾ ਪੋਲੀਟੀਕਲ ਸਾਇੰਸ ਦਾ, ਜੀ, ਜਿਹਨੂੰ ਅੰਗਰੇਜ਼ੀ ਦੇ ਵਿੱਚ ਸੋਕਰੇਟਸ ਕਹਿੰਦੇ ਨੇ ਜੀ। ਐਦਨ ਤੇ ਸਪਾਰਟਾ ਇਹ ਯੂਨਾਨ ਦਾ ਬੰਦਾ ਸੀਗਾ, ਯੂਨਾਨ ਦਾ। ਐਦਨ ਤੇ ਸਪਾਰਟਾ ਜਿਹੜੀਆਂ ਸੀਗੀਆਂ ਇਹ ਸਿਟੀ ਸਟੇਟਾਂ ਸੀਗੀਆਂ। ਇਹ ਸਪਾਰਟਾ 'ਚ ਲੜਾਕੂ ਯੋਧੇ ਪੈਦਾ ਹੋਏ, ਉਹ ਤਾਂ ਨਹੀਂ ਗੱਲ? ਹਾਂ, ਉਹੀ ਸਪਾਰਟਾ ਜਿਹਦੀ ਫਿਲਮ 300 ਉਹ ਬਣੀ ਹੈ। ਮਤਲਬ ਐਦਨ ਤੇ ਸਪਾਰਟਾ ਯੂਨਾਨ ਦੇ ਜਿਹੜੇ ਸੀਗੇ ਸਿਟੀ ਸਟੇਟ ਸੀਗੇ, ਨਗਰ ਰਾਜ ਸੀਗੇ ਜੀ। ਸੁਕਰਾਤ ਜਿਹੜਾ ਸੀਗਾ ਉਹ ਯੂਨਾਨ ਦਾ ਬਸ਼ਿੰਦਾ ਸੀ। ਉਹਨੇ ਪਹਿਲੀ ਵਾਰ ਇਹ ਗੱਲ ਕਹੀ ਵੀ ਜਿਹੜਾ ਹੈਗਾ ਸੱਚ ਦਾ ਉਹਨੇ ਸੰਦੇਸ਼ ਦਿੱਤਾ, ਵੀ ਰਾਜਨੀਤੀ ਤੋਂ ਲੈ ਕੇ ਸੋਸ਼ਲ ਉਹਦੇ ਵਿੱਚ ਐਕਟੀਵਿਟੀ ਦੇ ਵਿੱਚ ਮਤਲਬ ਸੱਚ ਦੀ ਜਿਹੜੀ ਹੈ ਚੜ੍ਹਾਈ ਜਿਹੜੀ ਹੈ ਉਹਨੇ ਥਿਊਰੀ ਦਿੱਤੀ। ਉਹਨੇ 3 ਡਿਕਟਮ ਦਿੱਤੇ। ਉਹ ਕਹਿੰਦਾ, ਪਹਿਲੀ ਗੱਲ ਉਹ ਕਹਿੰਦਾ ਸੀ, ਕਹਿੰਦਾ ਓਨਲੀ ਦੋਜ਼ ਹੂ ਨੋ ਸ਼ੁੱਡ ਰੂਲ, ਓਨਲੀ ਦੋਜ਼ ਹੂ ਨੋ ਸ਼ੁੱਡ ਰੂਲ। ਉਹ ਕਹਿੰਦਾ ਵੀ ਗਿਆਨ ਹੀ ਜਿਹੜਾ, ਨੌਲੇਜ ਇਜ਼ ਸੁਪਰੀਮ ਜੀ। ਇਹ ਤੋਂ ਇਲਾਵਾ ਜਿਹੜਾ ਹੈਗਾ ਉਹ ਕਹਿੰਦਾ ਸੀਗਾ, ਇੱਕ ਉਹਨੇ ਆਈਡੀਆ ਦਿੱਤਾ, ਡਿਕਟਮ ਜਿਹੜਾ ਪਲੇਟੋ ਨੇ ਅੱਗੇ ਵਧਾਇਆ। ਉਹ ਕਹਿੰਦਾ ਦ ਆਈਡੀਆ ਆਫ ਏ ਥਿੰਗ ਇਜ਼ ਬੈਟਰ ਦੈਨ ਦ ਥਿੰਗ ਇਟਸੈਲਫ। ਉਹ ਪਲੇਟੋ ਨੇ ਅੱਗੇ ਚੱਕਿਆ, ਦ ਆਈਡੀਆ ਆਫ ਏ ਥਿੰਗ ਇਜ਼ ਬੈਟਰ ਦੈਨ ਦ ਥਿੰਗ ਇਟਸੈਲਫ। ਮਤਲਬ ਉਹਦਾ ਕਹਿਣ ਦਾ ਭਾਵ ਇਹ ਸੀਗਾ, ਸੁਕਰਾਤ ਨੂੰ ਉਹਨੇ ਸੱਚ ਬੋਲਣਾ ਸ਼ੁਰੂ ਕੀਤਾ ਤਾਂ ਮੇਰਾ ਖਿਆਲ ਹੈ ਉਹ ਰਾਸ ਨਹੀਂ ਆਇਆ ਸਮੇਂ ਦੇ ਹਾਕਮਾਂ ਨੂੰ ਜੀ, ਤੇ ਉਹਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ। ਉਹਦਾ ਸ਼ਾਗਿਰਦ ਸੀਗਾ ਪਲੇਟੋ, ਜਿਹਨੂੰ ਅਸੀਂ ਅਫਲਾਤੂਨ ਕਹਿੰਦੇ ਹਾਂ ਜੀ। ਅਫਲਾਤੂਨ ਉਹਦਾ ਸ਼ਾਗਿਰਦ ਸੀਗਾ ਜੀ। ਉਸ ਬੰਦੇ ਨੇ ਇੱਕ ਫਿਲਾਸਫੀ ਦਿੱਤੀ। ਉਹਨੇ ਬੰਦੇ ਨੇ ਕਹਿੰਦਾ ਉਹ ਬੰਦਾ ਕਹਿੰਦਾ ਨੌਲੇਜ ਇਜ਼ ਸੁਪਰੀਮ, ਕਹਿੰਦਾ ਔਰ ਕਹਿੰਦਾ ਦ ਆਈਡੀਆ ਅਬਾਊਟ ਏ ਥਿੰਗ ਇਜ਼ ਬੈਟਰ ਦੈਨ ਦ ਥਿੰਗ ਇਟਸੈਲਫ ਜੀ। ਉੱਥੋਂ ਬੇਸ ਪਿਆ ਜਿਹੜਾ ਹੈਗਾ ਇਹਦਾ ਸਿਆਸਤ ਦਾ, ਵੀ ਐਂ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ, ਕਲਿਆਣ ਹੋਣਾ ਚਾਹੀਦਾ, ਲੋਕਾਂ ਦਾ ਯੂਟੋਪੀਆ ਇੱਕ ਖਿਆਲੀ, ਹਰ ਬੰਦੇ ਨੂੰ ਨਿਆਂ ਮਿਲੇ ਜੀ, ਹਰ ਬੰਦੇ ਦੇ ਹੱਕਾਂ ਦੀ ਹਿਫਾਜ਼ਤ ਹੋਵੇ, ਹਰ ਬੰਦਾ ਜਿਹੜਾ ਹੈਗਾ ਚੜ੍ਹਦੀ ਕਲਾ ਵਿੱਚ ਰਹੇ, ਹਰ ਬੰਦਾ ਮਤਲਬ ਨਗਰ ਅਗਰ ਹਰ ਸਿਟੀਜ਼ਨ ਜਿਹੜਾ ਇੰਪੋਰਟੈਂਟ ਹੋਵੇ। ਇਹ ਕਲਪਨਾਤਮਕ ਸੀ ਸਾਰਾ ਜੀ। ਇਹ ਜਿਹੜਾ ਸੀਗਾ ਇਹ ਆਈਡੀਆ ਸੀ, ਖਿਆਲ ਸੀ। ਦ ਆਈਡੀਆ ਆਫ ਏ ਥਿੰਗ ਇਜ਼ ਬੈਟਰ ਦੈਨ ਦ ਥਿੰਗ ਇਟਸੈਲਫ। ਹੁਣ ਸਾਡਾ ਮਤਲਬ ਕੁੜੀਆਂ ਕਹਿੰਦੀਆਂ ਨੇ, ਆਮ ਤੌਰ ਤੇ ਕੁੜੀਆਂ ਕਹਿੰਦੀਆਂ ਨੇ ਵੀ ਮੇਰਾ ਘਰ ਵਾਲਾ ਨੀਲੇ ਘੋੜੇ ਤੇ ਬੈਠ ਕੇ ਸ਼ਹਿਜ਼ਾਦਾ ਆਏਗਾ, ਬਸ ਐਂ ਹੋਏਗਾ, ਆਮਿਰ ਖਾਨ ਵਰਗਾ ਹੋਏਗਾ, ਸਲਮਾਨ ਵਰਗਾ ਹੋਏਗਾ, ਸ਼ਾਹਰੁਖ ਵਰਗਾ ਹੋਏਗਾ, ਰਣਵੀਰ ਐਟਸੈਟਰਾ ਐਟਸੈਟਰਾ। ਉਹਨਾਂ ਦੇ ਉਹ ਕੀ ਨੇ, ਉਹਨਾਂ ਦੇ ਖਿਆਲ ਨੇ। ਪਰ ਰਿਐਲਿਟੀ ਦੇ ਵਿੱਚ ਹੋ ਸਕਦਾ ਉਹਦਾ ਕਦ ਛੋਟਾ ਹੋਵੇ, ਹੋ ਸਕਦਾ ਉਹ ਬੰਦਾ ਕਾਲਾ ਹੋਵੇ। ਰਿਐਲਿਟੀ ਦੇ ਵਿੱਚ ਰਿਐਲਿਟੀ ਜਿਹੜੀ ਹੈ ਮੇਲ ਨਹੀਂ ਖਾਂਦੀ। ਇਸੇ ਕਰਕੇ ਜਿਹੜੇ ਜਿੱਥੇ ਕੀ ਹੈ, ਜਿੱਥੇ ਖਿਆਲਾਤ ਤੇ ਰਿਐਲਿਟੀ ਦਾ ਗੈਪ ਹੈ ਜੀ, ਜਿਹੜਾ ਖਿਆਲਾਤ ਤੇ ਰਿਐਲਿਟੀ ਦਾ ਗੈਪ ਹੈ, ਅਸਲੀਅਤ ਤੇ ਖਿਆਲਾਤ 'ਚ ਫਰਕ ਹੈ। ਹੁਣ ਮੰਨ ਲਓ ਐ ਥਾ ਵੀ ਜੀ ਆਪਾਂ ਨੇ ਨਾਂ ਕਾਹਨੂੰ ਲੈਣਾ, ਪੰਗਾ ਲਵਾਂਗੇ ਵੀ ਆਹ CM ਆਊਗਾ ਤਾਂ ਐਂ ਕਰ ਦਾਂਗੇ, ਆਹ CM ਆਊਗਾ ਤਾਂ ਐਂ ਕਰ ਦਾਂਗੇ, ਆਹ CM ਆਊਗਾ ਤਾਂ ਐਂ ਕਰ ਦਾਂਗੇ, ਐਂ ਹੋਊਗਾ, ਐਂ ਹੋਊਗਾ, ਐਂ ਹੋਊਗਾ, ਐਂ ਹੋਊਗਾ। ਦੇਖੋ ਤੁਸੀਂ ਮਤਲਬ ਔਰ ਹੁੰਦਾ ਪਤਾ ਕੀ ਹੈ, ਕੁਛ ਵੀ ਨਹੀਂ ਹੁੰਦਾ। ਜਸਟ ਇੱਕ ਖਿਆਲਾਤ ਜਿਹੜੇ ਨੇ ਉੱਚੇ ਅੰਦਰੋਂ ਗਤੀ ਸਮਝੌਤੇ ਹੋ ਜਾਂਦੇ ਨੇ ਜੀ, ਬਾਕੀ ਗੱਲਾਂ ਕੁਛ ਵੀ ਨਹੀਂ ਹੁੰਦੀਆਂ। ਤੇ ਮੇਰਾ ਖਿਆਲ ਹੈ ਲੋਕ ਤਾਂ ਉਹੀ ਰੋਣਾ, ਉਹੀ ਪਿੱਟਣਾ, ਐਵਰੀਥਿੰਗ ਇਜ਼ ਦੇਅਰ। ਉੱਥੋਂ ਚੱਲੀ ਸਿਆਸਤ, ਸੁਕਰਾਤ ਤੋਂ ਚੱਲੀ। ਪਲੇਟੋ ਨੇ ਕਿਹਾ, ਉਹਨੇ ਕਮਿਊਨਿਜ਼ਮ ਆਫ ਵਾਈਬਸ ਐਂਡ ਪ੍ਰੋਪਰਟੀ। ਉਹ ਕਹਿੰਦਾ ਸੋਹਣੀਆਂ ਸੋਹਣੀਆਂ ਤੀਵੀਆਂ, ਕਹਿੰਦਾ ਸੋਹਣੀਆਂ ਸੋਹਣੀਆਂ ਤੀਵੀਆਂ, ਸੋਹਣੇ ਸੋਹਣੇ ਆਦਮੀ ਲਾਓ, ਕਹਿੰਦਾ ਉਹਨਾਂ ਨੂੰ
ਛੱਡ ਦੋ ਫ੍ਰੀ, ਕਹਿੰਦਾ ਉਹਨਾਂ ਦੀ ਜਿਹੜੀ ਸੰਤਾਨ ਪੈਦਾ ਹੋਏਗੀ, ਕਹਿੰਦਾ ਦੇਰ ਸ਼ੁੱਡ ਬੀ ਨੋ ਕੁਐਸਚਨ ਆਫ ਮਾਈਨ ਐਂਡ ਡਾਈਂਗ, ਕਹਿੰਦਾ ਮੇਰੇ ਤੇ ਤੇਰੇ ਦਾ ਸਵਾਲ ਹੀ ਖਤਮ ਹੋ ਜਾਊਗਾ, ਕਹਿੰਦਾ ਇੱਕ ਇਹੋ ਜਿਹਾ ਸਟੇਜ ਰਹੂਗਾ। ਫਿਰ ਉਹਨੂੰ ਇਹ ਪੁੱਛ, ਕਿਉਂਕਿ ਉਹ ਕੁਮਾਰਾ ਸੀ ਇਸ ਕਰਕੇ ਉਹਨੂੰ ਇਹੋ ਜਿਹੇ ਖਿਆਲਾਤ ਆਏ, ਪਰ ਉਹ ਰਿਐਲਿਟੀ ਨਹੀਂ ਸੀ, ਦੈਟ ਵਾਜ਼ ਯੂਟੋਪੀਆ ਜੀ। ਫਿਰ ਅਰਿਸਟੋਟਲ ਨੇ, ਜਿਹਨੂੰ ਅਰਸਤੂ ਕਹਿੰਦੇ ਆ ਜੀ, ਉਹਨੇ ਬਾਕਾਇਦਾ ਤੌਰ ਤੇ ਸਿਆਸਤ ਦੇ ਨਿਯਮ ਬਣਾਏ ਜੀ, ਉਹਨੇ ਆਪਣੇ ਨਿਯਮ ਬਣਾਏ, ਉਹਨੇ ਦੱਸਿਆ ਵੀ ਆਹ ਸਿਆਸਤ ਆਈ ਹੈ, ਅਰਿਸਟੋਕ੍ਰੇਸੀ ਹੈ, ਬਿਊਰੋਕ੍ਰੇਸੀ ਹੈ, ਡੈਮੋਕ੍ਰੇਸੀ। ਉਹਨੇ ਡੈਮੋਕ੍ਰੇਸੀ ਨੂੰ ਕਿਹਾ ਵੀ ਡੈਮੋਕ੍ਰੇਸੀ ਇਜ਼ ਦ ਵਰਸਟ ਫਾਰਮ ਆਫ ਦ ਗਵਰਨਮੈਂਟ, ਦੁਨੀਆ ਦੀ ਸਭ ਤੋਂ ਮਾੜੀ ਜਿਹੜੀ ਮਤਲਬ ਉਹ ਹੈ ਦੈਟ ਇਜ਼ ਡੈਮੋਕ੍ਰੇਸੀ ਹੈ। ਹੁਣ ਦੇਖੋ ਫੁਲਿਸ਼ ਪਰਸਨਸ ਗਵਰਨਮੈਂਟ ਵੀ ਕਹਿ ਸਕਦੇ ਆ ਆਪਾਂ। पता की है, मतलब अल्लामा इकबाल ने एक बार कहा सीगा कि जमहूर वो तर्ज हुकूमत है कि जिसमें जी, जमहूर वो तर्ज हुकूमत है कि जिसमें जी बंदों को गिना जाता है, तोला नहीं जाता। बिल्कुल जी, 10 2 3 4 मतलब अगर जो 7 पागल होए तो 3 सियाणियां दी कदर नहीं होनी। 7 पागल जित जूगा, पागल जित जूगा। यस बिल्कुल, इच अवेयरनेस दी ज्यादा लोड़। जमहूर वो तर्ज हुकूमत है कि जिसमें बंदों को गिना जाता है, ਤੋਲਾ ਨਹੀਂ ਜਾਂਦਾ। ਉਹਨਾਂ ਦੀ ਬੰਦਿਆਂ ਦੀ ਵੈਲਿਊ ਕੀ ਹੈ, ਇਹ ਨਹੀਂ ਬਸ ਬੰਦਿਆਂ ਦਾ ਵੋਟ ਹੈਗਾ, ਓਕੇ ਐਵਰੀਥਿੰਗ ਇਜ਼ ਦੇਅਰ। ਹੁਣ ਮੰਨ ਲਓ ਮੁਹੱਲੇ ਦੇ ਵਿੱਚ ਅਗਰ ਰਿਕਸ਼ੇ ਵਾਲਾ ਖੜ ਜਾਂਦਾ, ਰਿਕਸ਼ੇ ਵਾਲਿਆਂ ਨੇ 10 ਘਰ ਨੇ ਤੇ ਇੱਕ ਸਿਆਣਾ ਬੰਦਾ ਕੋਈ ਪ੍ਰੋਫੈਸਰ ਖੜ ਜਾਂਦਾ ਤੇ ਉਹਦਾ ਘਰ ਹੀ ਉਹਨਾਂ ਦੇ 2 ਨੇ, ਤੇ ਨੈਚੁਰਲੀ ਫਿਰ ਰਿਕਸ਼ੇ ਵਾਲਾ ਜਿੱਤ ਜੇਗਾ। ਰਿਕਸ਼ੇ ਵਾਲਾ ਦਾ ਮਤਲਬ ਕੋਈ ਵੀ ਹੋ ਸਕਦਾ, ਰਿਸ਼ਤੇਦਾਰ ਵੀ ਵਧੀਆ ਹੋ ਸਕਦੇ ਆ। ਯੈਸ, ਹਾਂ, ਮਤਲਬ ਗੱਲ ਇਹ ਆ ਵੀ ਉਹ ਭੀੜ ਦਾ ਮੁੱਲ ਆ, ਭੀੜ ਦਾ ਮੁੱਲ, ਕਰਾਊਡ ਦਾ ਮੁੱਲ। ਤੇ ਇੱਕ ਨਾ ਵੱਡੀ ਗੱਲ ਵੀ ਇਹ ਡਾਟੀ ਖੇਡ ਤਾਂ ਹੈਗੀ, ਗੰਦੀ ਖੇਡ ਆ, ਤੇ ਫਿਰ ਇਹ 'ਚ ਚੰਗੇ ਲੋਕ ਆ ਕੇ ਚੰਗਾ ਕਾਹਤੋਂ ਨਹੀਂ ਕਰ ਲੈਂਦੇ? ਦੇਖੋ ਪਤਾ ਕੀ ਹੈ, ਐਕਚੁਅਲੀ ਜਿਵੇਂ ਮੱਧ ਵਰਗ ਦੀ ਮੈਂ ਖਾਸ ਗੱਲ ਕਰਾਂ, ਜਿਹੜੇ ਇੰਟੈਲੀਜੈਂਟ ਲੋਕ ਨੇ, ਜਿਹੜੇ ਚੰਗੇ ਲੋਕ ਨੇ, ਜਿੰਨਾ ਕੋਈ ਇੰਟੈਲੀਜੈਂਟ ਹੈ ਉਹ ਨਹੀਂ ਡਰੂ ਹੈ। ਹਾਂਜੀ, ਕਿਵੇਂ ਐਂ ਕਰੂੰਗਾ ਤਾਂ ਐਂ ਹੋ ਜੂ, ਐਂ ਤੇ ਤੇਰੀ ਦਸਲਾਈ ਵੀ ਇੰਟੈਲੀਜੈਂਟ ਲੋਕ ਪੈਸੇ ਖਰਚ ਕਰ ਲੈਣਗੇ। ਰਾਜਨੀਤੀ ਤਾਂ ਇਹ ਹੈ ਵੀ ਡਾਈਨਿੰਗ ਟੇਬਲ ਰੱਖ ਕੇ ਮੂਹਰੇ ਜੀ, ਉਹਦੇ ਉੱਪਰ ਨੋਟ ਰੱਖ ਕੇ ਉਹਨਾਂ ਨੂੰ ਅੱਗ ਲਾਓ, ਅੱਗ ਲਾਓ ਪੂਰੀ ਨੂੰ, ਤੇ ਫਿਰ ਦੇਖੋ ਕਿ ਤਕਲੀਫ ਹੁੰਦੀ ਹੈ। ਜੇ ਤਕਲੀਫ ਨਹੀਂ ਹੁੰਦੀ ਤਾਂ ਰਾਜਨੀਤੀ 'ਚ ਐਂਟਰ ਕਰ ਜਾਓ, ਅਦਰਵਾਈਜ਼ ਜੇ ਤਕਲੀਫ ਹੁੰਦੀ ਹੈ ਫਿਰ ਚੁੱਪ ਕਰਕੇ ਘਰ ਬਹਿ ਜਾਓ। ਹੁਣ ਇੱਕ ਬੰਦਾ ਯਾਰ ਜਿਹਦੀ ਮਤਲਬ ਇਮਾਨਦਾਰੀ ਦੀ ਕਮਾਈ ਹੈ, ਜਿਹਨੇ ਜ਼ਿੰਦਗੀ ਦੇ ਵਿੱਚ 10-20 ਲੱਖ ਰੁਪਈਆ ਕਮਾਇਆ ਜੀ, ਤੇ ਉਹ 10-20 ਕਰੋੜ ਕਿਉਂ ਖਰਚ ਕਰੂਗਾ, ਕਿਉਂ ਅੱਗ ਲਾਊਗਾ, ਕਿਉਂ ਖਰਚ ਕਰੂਗਾ? ਔਰ ਦੂਜੀ ਗੱਲ ਇਹ ਹੈ ਵੀ ਕੀ ਭਰੋਸਾ ਹੈ ਬਣੀ ਨਾ, ਲੋਕਾਂ ਦਾ ਕੀ ਭਰੋਸਾ ਹੈ, ਲੋਕ ਖਬਰ ਕਿੱਧਰ ਨੂੰ ਤੁਰ ਪਣ। ਅੱਛਾ, ਲੋਕਾਂ ਦਾ ਕੀ ਭਰੋਸਾ ਹੈ, ਲੋਕ ਵਿਕ ਜਾਣ, ਲੋਕਾਂ ਦਾ ਕੀ ਭਰੋਸਾ ਹੈ, ਲੋਕ ਦਾਰੂ ਤੇ ਵਿਕ ਜਾਣ, ਲੋਕ ਪੈਸੇ ਦੇ ਵਿਕ ਜਾਣ, ਵੋਟਾਂ ਖਰੀਦੀਆਂ ਜਾਣ, ਕੀ ਕਰ ਲਓਗੇ ਜੀ, ਕੀ ਕਰ ਲਓਗੇ ਦੱਸੋ? ਬਿਲਕੁਲ। ਇੱਕ ਹੋਰ ਵੀ ਹੁੰਦਾ ਵੀ ਰਾਜਨੀਤੀ 'ਚ ਕਿਹਾ ਜਾਂਦਾ ਵੀ ਜਾਂ ਤਾਂ ਜਮਾਂ ਹੀ ਮਲੰਗ ਬੰਦਾ ਕਾਮਯਾਬ ਹੁੰਦਾ, ਜਾਂ ਜਮਾਂ ਹੀ ਟੌਪ ਕਰੀਮ। ਦੇਖੋ ਪਤਾ ਕੀ ਹੈ, ਜਿਹੜਾ ਮਲੰਗ ਬੰਦਾ ਹੈ ਉਹ ਮਲੰਗ ਬੰਦੇ ਦੀ ਗੱਲ ਦੱਸਦਾ। ਇੱਕ ਬਾਦਸ਼ਾਹ ਉੱਪਰ ਖੜਾ ਸੀ ਜੀ, ਮਹਿਲ ਦੇ ਹੇਠਾਂ ਫਕੀਰ ਬੈਠੇ ਸੀ, ਫਕੀਰ ਜੀ, ਉਹ ਨੰਗੇ ਸੀ ਜੀ। ਉਹ ਲੋਕਾਂ ਨੇ ਕਿਹਾ ਵੀ ਯਾਰ ਵੀ ਤੇਰੇ ਰਾਜ 'ਚ ਜੀ ਆਹ ਜਿਹੜੇ ਫਕੀਰ ਨੇ ਇਹਨਾਂ ਦਾ ਇਹੀ ਹਾਲ ਹੈ, ਤਨ ਤੇ ਕੱਪੜਾ ਵੀ ਨਹੀਂ, ਉੱਪਰ ਖੜਾ, ਕਹਿੰਦਾ ਯਾਰ ਤੁਸੀਂ ਕਹਿੰਦਾ ਪੱਲੇ ਅੱਡੋ, ਮੈਂ ਕੁਝ ਸਿੱਟਾਂ ਤੁਹਾਡੇ ਵਾਸਤੇ, ਨੋਟ ਸਿੱਟਾਂ, ਟਰੇਸੀਆਂ ਸਿੱਟਾਂ। ਉਹ ਕਹਿੰਦੇ ਜਨਾਬ ਪੱਲੇ ਹੀ ਨਹੀਂ ਹੈਗੇ, ਪੱਲੇ ਹੈਗੇ, ਪੱਲੇ ਕੀ ਆ ਤੇਰੇ, ਅੱਡੀਏ ਕੀ ਪੱਲੇ ਹੀ ਨਹੀਂ ਹੈਗੇ। ਇਹ ਹੁਣ ਮਤਲਬ ਲੋਕਾਂ ਦਾ ਇਹ ਹਾਲ ਹੈ। ਲੋਕ ਪਤਾ ਕੀ ਹੈ, ਮੇਰੀ ਗੱਲ ਸੁਣੋ, ਜਸਟ ਕੁਛ ਨਹੀਂ, ਲੋਕਾਂ ਨੂੰ ਲਾਲਚ ਦਿੱਤੇ ਜਾਂਦੇ ਨੇ ਵੀ ਇੱਦਾਂ ਕਰਾਂਗੇ, ਇੱਦਾਂ ਕਰਾਂਗੇ, ਇੱਦਾਂ ਕਰਾਂਗੇ, ਇੱਦਾਂ ਕਰਾਂਗੇ। ਈਵਨ ਕਸਮਾਂ ਖਾਧੀਆਂ ਜਾਂਦੀਆਂ ਨੇ, ਧਰਮਾਂ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਨੇ, ਠੀਕ ਹੈ ਨੇ। ਉਹਦੇ ਨਾਲ ਮਤਲਬ ਇਹ ਹੈ ਵੀ ਲੋਕਾਂ ਦੀ ਜਸਟ ਤੁਸੀਂ ਲੋਕਾਂ ਨੂੰ, ਜਿਹਨੂੰ ਕਹਿਣਾ ਵੀ ਲੋਕਾਂ ਨੂੰ ਹੈਪਨੋਟਾਈਜ਼ ਕਰਕੇ ਉਹਨਾਂ ਤੋਂ ਵੋਟ ਲੈ ਲਿੱਤੇ ਜਾਂਦੇ ਨੇ। ਤੇ ਹੈਪਨੋਟਾਈਜ਼ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ, ਉਹੀ ਹਿਊ, ਉਹੀ ਕਰਾਈ। ਤੇ ਪਿਛਲਾ ਜਿਹੜਾ ਹੁਣ ਪਤਾ ਕੀ ਹੈ, ਹੁਣ ਅਸਲੀ ਤਾਂ ਰੌਲਾ ਕੀ ਹੈ, ਜਿਹੜਾ ਸਿਆਸਤ ਦਾ, ਚਾਹੇ ਲੋਕ ਜਿਹਨੂੰ ਮਰਜ਼ੀ ਵੋਟ ਪਾਉਣ, ਜਿਹੜੇ ਸਿਆਸਤਦਾਨ ਨੇ ਉਹ ਅੰਦਰੋਂ ਇੱਕ ਨੇ। ਬਿਲਕੁਲ। ਹੁਣ ਨਵੀਂ ਜਿਹੜੀ ਪ੍ਰੋਬਲਮ ਹੈ ਪੰਜਾਬ ਦੀ, ਹੁਣ ਇਸ ਟਾਈਮ ਜਿਹੜੀ ਪੰਜਾਬ ਦੀ ਪ੍ਰੋਬਲਮ ਹੈ, ਪੰਜਾਬ ਬਾਰੇ ਕੋਈ ਨਹੀਂ ਸੋਚ ਰਿਹਾ ਜੀ। ਪੰਜਾਬ ਕਿੱਧਰ ਨੂੰ ਜਾ ਰਿਹਾ ਹੈ, ਕੋਈ ਨਹੀਂ ਸੋਚ ਰਿਹਾ ਜੀ। ਕਿਸਾਨੀ ਬਾਰੇ ਕੋਈ ਨਹੀਂ ਸੋਚ ਰਿਹਾ, ਪੰਜਾਬ ਬਾਰੇ ਕੋਈ ਨਹੀਂ ਸੋਚ ਰਿਹਾ, ਕਿਸਾਨਾਂ ਦਾ ਕੀ ਬੇੜਾ ਗਰਕ ਹੋ ਰਿਹਾ, ਕੋਈ ਨਹੀਂ ਸੋਚ ਰਿਹਾ। ਬਿਲਕੁਲ। ਜਿਹੜੇ ਉੱਗੇ ਸਿਆਸਤਦਾਨ ਨੇ ਉਹ ਇਹ ਸੋਚ ਰਹੇ ਨੇ ਵੀ ਜੁਗਾੜ ਕਰਕੇ ਮੈਂ CM ਕਿਵੇਂ ਬਣਨਾ। ਹਾਂ, ਉਹ ਮਤਲਬ ਲੋਕਾਂ ਦੇ ਰੋਣਿਆਂ ਦੇ ਵਿੱਚੋਂ ਵੀ ਆਪਦਾ ਹਾਸਾ ਲੱਭਦੇ ਆ। ਨਹੀਂ, ਲੋਕਾਂ ਦੇ ਪਤਾ ਕੀ, ਉਹਨਾਂ ਨੂੰ ਤਾਂ ਐਂ ਹੈ, ਮੋਟਿਵ ਜਿਹੜੇ ਨੇ ਉਹਨਾਂ ਦਾ ਇਹ ਹੈ ਵੀ ਹੁਣ ਤੁਸੀਂ ਇਮੇਜਿਨ ਕਰੋ, ਆ ਕਿਸਾਨੀ ਜਿਹੜੀ ਅੰਦੋਲਨ ਚੱਲ ਰਹੀ ਹੈ ਜੀ, ਇਹ ਕਿਸਾਨੀ ਅੰਦੋਲਨ ਦੇ ਵਿੱਚ ਕਈ ਬੰਦੇ ਨਵੇਂ ਸੁਪਨੇ ਲੈ ਰਹੇ ਨੇ, ਹੀਰੋ ਬਣਦੇ ਜਾਂ ਲੀਡਰ ਬਣਦੇ। ਈਵਨ ਦੈਨ ਉਹਨਾਂ ਨੂੰ ਇਹ ਵੀ ਸਾਨੇ ਤਾਂ ਕੈਪਚਰ ਕਰ ਲਿਆ ਪੰਜਾਬ। ਅਸੀਂ ਉਹ ਨਹੀਂ ਸਿਆਸਤਦਾਨ ਨਹੀਂ ਚੜ੍ਹਨ ਦੇਣਾ, ਉਹ ਨਹੀਂ ਚੜ੍ਹਨ ਦੇਣਾ, ਉਹ ਨਹੀਂ ਚੜ੍ਹਨ ਦੇਣਾ, ਉਹ ਨਹੀਂ ਚੜ੍ਹਨ ਦੇਣਾ ਸਟੇਜਾਂ ਤੇ, ਸਿਆਸਤਦਾਨ ਨਹੀਂ ਚੜ੍ਹਨ ਦੇਣਾ, ਇਹ ਨਹੀਂ, ਐ ਨਹੀਂ ਕਰਨਾ, ਐ ਨਹੀਂ ਕਰਨਾ, ਐ ਨਹੀਂ ਕਰਨਾ। ਚੰਗੇ ਬੰਦੇ ਮਤਲਬ ਅਗਰ ਨਹੀਂ ਲੱਗਣਗੇ ਨਾਲ, ਤਾਂ ਕੋਈ ਵੀ ਜਿਹੜੀ ਮੂਵਮੈਂਟ ਹੈਗੀ ਆ ਉਹ ਕਿੱਦਾਂ ਸਫਲ ਹੋ ਜਾਊਗੀ। ਨਾਲੇ ਦੂਜੀ ਗੱਲ, ਹਰਪੇਜ ਅਗਰ ਤੇਰੀ ਆਪਣੀ ਹੋਂਦ ਹੈ, ਤੂੰ ਘੱਟੋ ਘੱਟ ਉਹਦੇ ਵਿੱਚ ਗਿਆ ਹੈ, ਤਾਂ ਤੈਨੂੰ ਇੰਨਾ ਕੁ ਤਾਂ ਹੱਕ ਹੈ ਨਾ ਵੀ ਤੈਨੂੰ ਬੋਲਣ ਦਾ ਅਧਿਕਾਰ ਤਾਂ ਹੋਵੇ ਵੀ ਮੈਂ ਕਿਉਂ ਆਇਆ, ਕਿਉਂ ਨਹੀਂ। ਤੈਨੂੰ ਆਪਦੀ ਆਵਾਜ਼ ਪੱਖ ਰੱਖਣ ਦਾ ਹੱਕ ਮਿਲੇ, ਰੱਖਣ ਦਾ ਅਧਿਕਾਰ ਤਾਂ ਮਿਲੇ ਨਾ। ਇਸ ਕਰਕੇ ਮਤਲਬ ਪੰਜਾਬ ਬਾਰੇ ਨਹੀਂ ਕੋਈ ਸੋਚ ਰਿਹਾ, ਨੈਗੇਟਿਵਿਟੀ ਇੰਨੀ ਜ਼ਿਆਦਾ ਆ ਗਈ।
ਵੀ ਉਹ ਲੀਡਰ ਪੋਜ਼ਿਟਿਵ ਜਾ ਰਿਹਾ ਹੈ, 10 ਬੰਦੇ ਜਿਹੜੇ ਨੇ ਉਹਦੀਆਂ ਟੰਗਾਂ ਖਿੱਚਣ ਲੱਗੇ ਹੋਏ ਨੇ। ਬਿਲਕੁਲ, ਵੀ ਇਹ ਮੂਹਰੇ ਲੰਘਦਾ ਜਾਂਦਾ, ਇਹ ਮੂਹਰੇ ਲੰਘਦਾ ਜਾਂਦਾ, ਉਹਦੀ ਮੁਖਾਲਫਤ ਹੋ ਰਹੀ ਹੈ, ਉਹਦੀ ਕੁਝ ਨਹੀਂ। ਔਰ ਦੂਜੀ ਗੱਲ ਇਹ ਹੈਗੀ ਹੈ ਵੀ ਕੁਝ ਨਹੀਂ ਮੁਖਾਲਫਤ ਫॉर द ਸੇਕ ਆਫ ਮੁਖਾਲਫਤ, ਕੁਝ ਵੀ ਨਹੀਂ, ਕ੍ਰਿਟਿਸਿਜ਼ਮ ਫॉर द ਸੇਕ ਆਫ ਕ੍ਰਿਟਿਸਿਜ਼ਮ, ਜਿਹਦੇ ਵਿੱਚੋਂ ਕੁਝ ਨਹੀਂ ਨਿਕਲ ਰਿਹਾ। ਔਰ ਅੰਦਰੋਂ ਟਾਈਆਂ ਨੇ ਵੀ ਜੇ ਮੈਂ ਸੀਐਮ ਬਣ ਗਿਆ, ਮਤਲਬ ਹੁਣ ਕੀ ਹੈ, ਜਿੰਨੇ ਵੀ ਇਮਾਨਦਾਰ ਬੰਦੇ ਨੇ ਪੰਜਾਬ 'ਚ ਜੀ, ਦ ਪ੍ਰੋਬਲਮ ਇਜ਼ ਦਿਸ, ਜਿੰਨੇ ਇਮਾਨਦਾਰ ਬੰਦੇ ਨੇ ਸਭ ਇੱਕ ਦੂਜੇ ਦੀਆਂ ਟੰਗਾਂ ਖਿੱਚਣ ਲੱਗੇ ਹੋਏ ਨੇ ਜੀ। ਜਿੰਨੇ ਇਮਾਨਦਾਰ ਬੰਦੇ ਨੇ ਸਾਰੇ ਇੱਕ ਦੂਜੇ ਦੀਆਂ ਟੰਗਾਂ ਖਿੱਚਣ ਲੱਗੇ ਹੋਏ ਨੇ, ਔਰ ਜਿੰਨੇ ਚੋਰ ਨੇ ਚੁੱਕੇ ਨੇ ਸਾਰੇ ਇਕੱਠੇ ਨੇ। ਬਿਲਕੁਲ, ਮਤਲਬ ਇਹੀ ਮਤਲਬ ਇਹ ਵੀ ਇੱਕ ਮੱਧ ਵਰਗ ਦੀ ਸਮੱਸਿਆ ਵਾ। ਮੱਧ ਵਰਗ ਦੀ ਸਮੱਸਿਆ ਹੈ, ਮੱਧ ਵਰਗ ਡਰਦਾ ਕਿਉਂਕਿ ਪੜ੍ਹਿਆ ਲਿਖਿਆ ਵੀ ਇਸ 'ਚ ਜ਼ਿਆਦਾਤਰ ਨੇ ਮੱਧ ਵਰਗ 'ਚ। ਮੱਧ ਵਰਗ ਦੀ ਸਮੱਸਿਆ ਤਾਂ ਇਹ ਹੈ ਜਨਾਬ, ਜੇ ਕੋਈ ਮੁਹੱਲੇ ਦੇ ਵਿੱਚ ਕੋਈ ਮਾੜਾ ਕੰਮ ਕਰਦਾ ਹੈ, ਕੋਈ ਚਿੱਟਾ ਵੇਚਦਾ ਹੈ, ਭੁੱਕੀ ਵੇਚਦਾ ਹੈ, ਮੱਧ ਵਰਗ ਦੀ ਸਮੱਸਿਆ ਤਾਂ ਇਹ ਹੈ, ਡਰਦੇ ਮਾਰੇ ਉਹਦਾ ਨਾਂ ਨਹੀਂ ਲੈਂਦੇ। ਉਹਦੇ ਚੱਕਰ 'ਚ ਉਹਦਾ ਆਪਦਾ ਜਵਾਕ ਵੀ ਲੱਗ ਜਾਂਦਾ। ਯੈਸ, ਉਹਦੇ ਚੱਕਰ 'ਚ ਉਹਦਾ ਆਪਣਾ ਜਵਾਕ ਵੀ ਲੱਗ ਜਾਂਦਾ। ਮਤਲਬ ਇਹਦੇ ਵਿੱਚ ਮੰਨ ਲਓ ਇੱਕ ਮਿੰਟ, ਪੁਲਿਸ ਵੀ ਕੀ ਕਰੇ? ਹੁਣ ਮੁਹੱਲੇ ਦੇ ਵਿੱਚ ਪੁਲਿਸ ਜਾਂਦੀ ਹੈ, ਉਹਨਾਂ ਨੂੰ ਪੁਲਿਸ ਜਾਣ ਤੋਂ ਪਹਿਲਾਂ ਇਹੋ ਜਿਹੇ ਉਹਨਾਂ ਦੇ ਸੈੱਲ ਨੇ ਜੀ, ਪੁਲਿਸ ਜਾਣ ਤੋਂ ਪਹਿਲਾਂ ਪਤਾ ਲੱਗ ਜਾਂਦਾ ਵੀ ਇਹ ਮੁਹੱਲੇ 'ਚ ਪੁਲਿਸ ਪਹੁੰਚੂਗੀ। ਹਜੇ ਪੁਲਿਸ ਦੀਆਂ ਗੱਡੀਆਂ ਤਿਆਰ ਹੋ ਰਹੀਆਂ ਹੁੰਦੀਆਂ ਬੰਦੇ ਨੂੰ ਪਤਾ ਲੱਗ ਜਾਂਦਾ ਉਹ ਆਪਣਾ ਜਿਹੜਾ ਹੈਗਾ ਸੈਂਤ ਦਿੰਦਾ। ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਕੋਈ ਸਬੂਤ ਹੀ ਨਹੀਂ ਮਿਲਦਾ, ਮੁਹੱਲੇ 'ਚ ਕੋਈ ਗਵਾਹ ਬਣਨ ਲਈ ਤਿਆਰ ਨਹੀਂ, ਤਾਂ ਬੰਦੇ ਕਿੱਦਾਂ ਚੱਕੇ ਜਾਣਗੇ ਦੱਸੋ? ਤੇ ਇੱਕ ਸਵਾਲ ਹੋਰ, ਤੁਸੀਂ ਵੀ ਹੈ ਨਾ ਯੂਨੀਵਰਸਿਟੀਆਂ ਕਾਲਜਾਂ 'ਚ ਪੜ੍ਹੇ ਹੋ, ਹੁਣ ਦਾ ਦੌਰ ਵੀ ਤੁਸੀਂ ਵੇਖਿਆ, ਉਦੋਂ ਕਾਲਜਾਂ ਯੂਨੀਵਰਸਿਟੀਆਂ 'ਚ ਰਾਜਨੀਤੀ ਕਿਸ ਕਿਸਮ ਦੀ ਨਿਕਲ ਕੇ ਸਾਹਮਣੇ ਆਉਂਦੀ ਸੀ ਤੇ ਹੁਣ ਦੀ, ਇਹ ਦੋਨਾਂ ਦੇ ਵਿੱਚ ਕੀ ਬਦਲਾਅ ਆਇਆ? ਤੁਹਾਨੂੰ ਲੱਗਦਾ ਕੋਈ ਬਦਲਾਅ ਆਇਆ ਵਾ? ਦੇਖੋ, ਉਦੋਂ ਰਾਜਨੀਤੀ ਜਿਹੜੀ ਸੀਗੀ, ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ 1947 ਦੇ ਵਿੱਚ ਆਪਣਾ ਮੁਲਕ ਆਜ਼ਾਦ ਹੋਇਆ, ਬੜੀ ਲੰਬੀ ਨੀਂਦ ਸੰਘਰਸ਼, ਪੰਜਾਬ ਦਾ ਕੀ ਰੋਲ ਰਿਹਾ ਯੂ ਨੋ ਇਟ ਜੀ, ਕਿੰਨਾ ਵੱਡਾ ਰੋਲ ਰਿਹਾ ਪੰਜਾਬ ਦਾ ਯੂ ਨੋ ਇਟ। ਤੇ ਹਲਕਾ ਸਾਡੇ ਨੌਜਵਾਨਾਂ ਦੇ ਵਿੱਚ ਜਿਹੜੀ ਰਾਜਨੀਤੀ ਸੀਗੀ, ਪਰ ਉਹਦਾ ਜਿਹੜਾ ਥੋੜਾ ਜਿਹਾ ਮੋਰਲ ਪੱਖ ਥਾ ਉਹ ਭਾਰੂ ਥਾ, ਨੈਤਿਕ ਪੱਖ ਭਾਰੂ ਥਾ ਜੀ। ਅਗਰ ਕੋਈ ਮਤਲਬ ਈਵਨ ਮੈਨੇ ਇਲੈਕਸ਼ਨ ਲੜੇ ਨੇ ਮਤਲਬ ਆਪਣੇ ਕਾਲਜਾਂ ਦੇ ਵਿੱਚ, ਮੈਂ ਪ੍ਰੈਜ਼ੀਡੈਂਟ ਰਿਹਾ ਮਤਲਬ ਸਟੂਡੈਂਟ ਯੂਨੀਅਨ ਦਾ ਜੀ। ਤੇ ਉਦੋਂ ਜਿਹੜਾ ਇਹ ਸੀਗਾ ਵੀ ਜਦੋਂ ਕੋਈ ਅਸੀਂ ਪੂਰਾ ਜ਼ੋਰ ਲਾਉਂਦੇ ਸੀ, ਪੂਰਾ ਕਨਵਿੰਸ ਕਰਦੇ ਸੀ, ਜ਼ੋਰ ਲਾਉਂਦੇ ਸੀ, ਪਰ ਜੇ ਕੋਈ ਜਿੱਤ ਜਾਂਦਾ ਸੀ ਤਾਂ ਉਸ ਤੋਂ ਬਾਅਦ ਮਤਲਬ ਜਿੱਤਣ ਤੋਂ ਬਾਅਦ ਸਾਡੀਆਂ ਦੋਸਤੀਆਂ ਦੁਸ਼ਮਣੀਆਂ ਜਿਹੜੀਆਂ ਸੀ ਬਰਕਰਾਰ ਰਹਿੰਦੀਆਂ ਸੀ। ਮਤਲਬ ਹਲਕਾ ਜਿਹਾ ਸਾਇਲੈਂਟ ਰਹਿੰਦੇ ਸੀ, ਪਰ ਐਡੀ ਨਹੀਂ ਗੱਲ ਹੈਗੀ ਹੈ ਵੀ ਮਤਲਬ ਬੰਦਾ ਬਹੁਤ ਮਾੜਾ ਸੋਚੇ। ਹੁਣ ਜਿਹੜੀ ਰਾਜਨੀਤੀ ਹੈ ਸਰ, ਉਹ ਗੁੰਡਾਗਰਦੀ ਦੀ ਰਾਜਨੀਤੀ ਜੀ। ਹੁਣ ਤਾਂ ਹਰਪ੍ਰੀਤ, ਤੂੰ ਆਪਣੇ ਇਲਾਕੇ ਦੇ ਵਿੱਚ ਤੂੰ ਐਲਾਨ ਕਰਦੇ ਵੀ ਮੈਂ ਇਦਾਂ ਟਿਕਟ ਲਾਉਂਗਾ, ਤੇ ਮੇਰਾ ਖਿਆਲ ਹੈ ਜਦ ਤੱਕ ਤੂੰ ਟਿਕਟ ਲਏਗਾ ਜਦ ਤੱਕ ਤਾਂ ਤੇਰੇ ਤੇ 5-4 ਪਰਚੇ ਪੈ ਜਾਣਗੇ, ਦਾਗੀ ਕਰ ਲੈਣਗੇ ਤੈਨੂੰ, ਮਤਲਬ ਦਾਗੀ, ਕਿਉਂਕਿ ਉਹਨਾਂ ਕੋਲ ਸਭ ਕੁਝ ਹੈ, ਉਹਨਾਂ ਕੋਲ ਪਾਵਰ ਹੈ, ਉਹਨਾਂ ਕੋਲ ਪੈਸਾ ਹੈ। ਇਸ ਕਰਕੇ ਚੰਗਾ, ਆਪਣੇ ਆਪ 'ਚ ਚੰਗਾ ਹੋਣਾ ਵੀ ਜਿਹੜਾ ਹੈਗਾ ਉਹ ਗੁਨਾਹ ਸਾਬਤ ਹੋਊਗਾ। ਅਖੀਰ ਕੀ ਹੋਊਗਾ? ਤੁਹਾਡੀ ਮਦਰ, ਤੁਹਾਡੀ ਭੈਣ, ਤੁਹਾਡੀ ਵਾਈਫ, ਤੁਹਾਡੀ ਧੀ ਕਹੂਗੀ ਪਾਪਾ ਪਲੀਜ਼ ਇਹ ਗੰਦ ਦੇ ਸਮੁੰਦਰ ਦੇ ਵਿੱਚ, ਇਹ ਗੰਦ ਦੇ ਸਮੁੰਦਰ 'ਚ ਗੋਤਾ ਨਾ ਮਾਰਿਓ ਜੀ, ਬਸ ਰਹਿਣ ਦਿਓ। ਪਾਪਾ ਤੁਹਾਨੂੰ ਮਤਲਬ ਸਾਨੂੰ ਤੁਹਾਡੀ ਜਾਨ ਪਿਆਰੀ ਹੈ, ਸਿਆਸਤ ਤੋਂ ਕੀ ਲੈਣਾ? ਇਸ ਕਰਕੇ ਤੁਸੀਂ ਇਮੈਜਿਨ ਕਰੋ ਯਾਰ, ਜਿੰਨੇ ਵੀ ਬੜੇ ਲੀਡਰ ਨੇ, ਤੁਸੀਂ ਇਹ ਦੇਖੋ ਵੀ ਜ਼ੈਡ ਸਿਕਿਉਰਿਟੀਆਂ 'ਚ ਫਿਰਦੇ ਨੇ, ਉਹਨਾਂ ਦੀ ਸੋਸ਼ਲ ਲਾਈਫ ਤੇ ਜਮਾ ਹੀ ਜ਼ੀਰੋ ਹੈ, ਆਜ਼ਾਦੀ ਦੇ ਨਾਲ ਸਾਹ ਵੀ ਨਹੀਂ ਲੈ ਸਕਦੇ। ਬਿਲਕੁਲ, ਜੇ ਉਹਨਾਂ ਦਾ ਕਹਿੰਦਾ ਉਹ ਜਿਹੜਾ ਦੇ ਅੰਦਰ ਦਾ ਡਰ ਹੈ ਨਾ ਸਰ, ਉਹ ਤਾਂ ਬੋਲਦਾ ਹੈ। ਬਿਲਕੁਲ। ਦੇਖੋ ਫਿਰ ਇਹਦਾ ਹੱਲ ਕੀ? ਮਤਲਬ ਜਿਸ ਹਿਸਾਬ ਤੇ ਭਾਰਤ ਦੀ ਰਾਜਨੀਤੀ ਦੇਖੀਏ ਜਾਂ ਵਰਲਡ ਲੈਵਲ ਤੇ ਰਾਜਨੀਤੀ ਵੇਖੀਏ, ਉਹ ਤਾਂ ਰਾਜਨੀਤੀ ਦੇ ਵਿੱਚ ਕਾਮਯਾਬ। ਤੁਸੀਂ ਇੰਡੀਆ ਦੀ ਰਾਜਨੀਤੀ ਮੇਰਾ ਖਿਆਲ ਹੈ ਕੁਝ ਦਿਨਾਂ ਤੋਂ ਦੇਖੋ ਜੀ, ਇੰਡੀਆ ਦੀ ਰਾਜਨੀਤੀ ਜਿਹੜਾ ਸੀਗਾ, ਜਿੱਥੋਂ ਅਸੀਂ ਨਿਕਲੇ ਸੀ ਉੱਥੇ ਹੀ ਆ ਗਏ, ਜਿੱਥੋਂ ਅਸੀਂ ਨਿਕਲੇ ਸੀ ਅਸੀਂ ਉੱਥੇ ਹੀ ਆ ਗਏ। ਧਰਮ ਦੀ ਰਾਜਨੀਤੀ ਆ, ਉਹ 100% ਧਰਮ ਦੀ ਰਾਜਨੀਤੀ ਚੱਲ ਰਹੀ ਆ। ਹੁਣ ਜਿਵੇਂ ਕੱਲ ਵੀ ਆਪਾਂ ਹੋਇਆ ਵੀ ਜਾਖੜ ਸਾਹਿਬ ਨੇ ਅਸਤੀਫਾ ਦਿੱਤਾ, ਰੰਧਾਵਾ ਸਾਹਿਬ ਨੇ ਅਸਤੀਫਾ ਦਿੱਤਾ, ਮੁੱਦਾ ਸੀਗਾ ਬੇਅਦਬੀਆਂ ਜਾਂ ਹੋਰ ਪੰਜਾਬ ਦੇ ਮਸਲੇ ਹੋਣਗੇ, ਤੇ ਕੈਪਟਨ ਸਾਹਿਬ ਨੇ ਪਾੜ ਕੇ ਸਿੱਟਤਾ। ਉਹ ਨਹੀਂ, ਉਹ ਤਾਂ ਪਤਾ ਅੱਖਾਂ ਠੰਡੀਆਂ ਕਰਨ ਵਾਲਾ ਮਸਲਾ ਨਹੀਂ। शेर है कि नज़र उनकी ज़ुबान उनकी, ताज्जुब है कि इस पर भी नज़र कुछ और कहती है, ज़ुबान कुछ और कहती है जी। पता की तुसी इमेजिन करो, हुण पहला तुसी ये देखो भी कंवर विजय प्रताप ने किहा जी मैं अस्तीफा दिना, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਬਹੁਤ ਵਧੀਆ ਅਫਸਰ ਹੋ, ਆ ਨਹੀਂ ਸਵੀਕਾਰ ਨਹੀਂ ਕਰਨਾ, ਤੇ ਉਹ ਅਸਤੀਫਾ ਕਿਉਂ ਨਹੀਂ ਫਟਿਆ? ਉਹ ਅਸਤੀਫਾ ਕਿਉਂ ਨਹੀਂ ਫਟਿਆ ਵੀ? ਬਿਲਕੁਲ। ਹੁਣ ਇਹਨਾਂ ਨੇ ਕਿਹਾ ਹੋਊਗਾ ਬਾਕਾਇਦਾ ਤੌਰ ਤੇ, ਜੇ ਆਪਾਂ ਦੇਖੀਏ ਇਹਨਾਂ ਨੇ ਕਿਹਾ ਹੋਊਗਾ ਵੀ ਅਸੀਂ ਜੀ ਅਸਤੀਫਾ ਦੇਵਾਂਗੇ ਤੇ ਤੁਸੀਂ ਫੜ ਦਿਓ। ਪਲੈਨਿੰਗ ਵੀ ਹੋ ਸਕਦੀ ਹੈ, ਡਰਾਮਾ। ਬਿਲਕੁਲ, ਰਾਜਨੀਤੀ 'ਚ ਕਾਮਨ ਗੱਲਾਂ ਨੇ, ਸਧਾਰਨ ਨੇ, ਕਾਮਨ ਗੱਲਾਂ ਨੇ ਮਤਲਬ ਮੋਟੀਵੇਟ ਕਰਨ ਲਈ। ਪਰ ਇੰਨਾ ਕੁ ਜ਼ਰੂਰ ਹੈ ਵੀ ਹੁਣ ਜਿਹੜਾ ਲੇਮੈਨ ਹੈ ਨਾ ਜੀ, ਉਹ ਇਹ ਪਾਲਿਸੀਆਂ ਨੂੰ ਜਿਹੜਾ ਹੈਗਾ ਉਹ ਸਮਝਣ ਲੱਗ ਗਿਆ।
ਜ਼ਮੀਨੀ ਹਕੀਕਤਾਂ ਲੋਕ ਸਮਝਦੇ ਨੇ। ਸਿਆਸਤ ਦੀ ਜਿਹੜੀ ਡੋਰ ਹੈ, ਦੇਖੋ ਮੈਂ ਦੁਬਾਰਾ ਇਹ ਗੱਲ ਕਹਿ ਰਿਹਾ ਹਾਂ, ਸਿਆਸਤ ਦੀ ਡੋਰ ਹੈ ਜਿਹੜੀ ਹੌਲੀ ਹੌਲੀ ਨਿਕਲੀ ਉੱਧਰੋਂ ਸੁਕਰਾਤ ਤੋਂ ਲੈ ਕੇ ਅਫਲਾਤੂਨ, ਅਰਿਸਟੋਟਲ, ਐਕਿਨਾਸ, ਮੈਕਾਲੇ, ਹੌਬਸ, ਲੌਕ, ਰੂਸੋ, ਬੈਂਥਮ, ਮਿਲ, ਮਾਰਕਸ, ਲੈਨਨ, ਸਟਾਲਨ, ਟੀਟੋ, ਮਾਓ, ਲਾਸਕੀ, ਗਾਂਧੀ ਤੱਕ ਆ ਕੇ ਇੱਕ ਪਲੇਟਫਾਰਮ ਬਣਿਆ ਇਹਦਾ। ਤੇ ਉਹ ਤੋਂ ਬਾਅਦ ਮਤਲਬ ਜਿਹੜਾ ਮੈਕਾਲੇ ਸੀ, ਹੀ ਵਾਜ਼ ਦਾ ਫਸਟ ਮੈਨ ਜਿਹਨੇ ਕਿਹਾ ਵੀ ਸਿਆਸਤ ਦਾ ਐਥਿਕਸ ਨਾਲ ਕੋਈ ਸੰਬੰਧ ਨਹੀਂ। ਐਜੂਕੇਸ਼ਨਿਸਟ ਸੀ, ਸਿੱਖਿਆ ਸ਼ਾਸਤਰੀ, ਇਹ ਜਿਹੜੇ ਸੀਗੇ ਸਟੇਟਸਮੈਨ ਸੀਗੇ, ਜੀ। ਇਹ ਪੋਲੀਟੀਕਲ ਜਿਹਨੂੰ ਆਪਾਂ ਕਹਿੰਦੇ ਆ ਪੋਲੀਟੀਕਲ ਸਟੇਟਸਮੈਨ ਸੀਗੇ, ਮਤਲਬ ਇਹਨੂੰ ਆਪਾਂ ਵੈਸਟਰਨ ਥਾਟ ਵੀ ਕਹਿ ਸਕਦੇ ਹਾਂ ਜੀ। ਤੇ ਇਹ ਸੀਗਾ ਪਹਿਲਾਂ ਗੱਲ ਚੱਲੀ ਵੀ ਧਰਮ ਦਾ ਸਿਆਸਤ ਦੇ ਨਾਲ ਕੋਈ ਮੇਲ ਨਹੀਂ ਜੀ। ਪਲੇਟੋ ਨੇ ਕਿਹਾ ਜਿਹੜਾ ਬੰਦਾ ਗਿਆਨ ਰੱਖਦਾ ਹੈ ਜੀ, ਉਹ ਬੰਦਾ ਰਾਜਾ ਹੋਵੇ, ਉਹਦੇ ਆਪਣੇ ਅਸੂਲ ਹੋਣ। ਪਰ ਉਸ ਤੋਂ ਬਾਅਦ ਐਕਿਨਾਸ ਨੇ ਕਿਹਾ ਕਿ ਨਹੀਂ, ਧਰਮ ਨੂੰ, ਇਹਨੂੰ ਸਿਆਸਤ ਨੂੰ ਚਰਚ ਨਾਲ ਜੋੜ ਦਿਓ ਵੀ ਰਾਜੇ ਦੀ ਉਲੰਘਣਾ ਧਰਮ ਦੀ ਉਲੰਘਣਾ ਨਹੀਂ, ਰੱਬ ਦੀ ਉਲੰਘਣਾ ਹੈ। ਕਿਉਂਕਿ ਰਾਜਾ ਜਿਹੜਾ ਹੈਗਾ ਉਹਦਾ ਰੂਪ ਹੈ, ਉਹਦਾ ਅਵਤਾਰ ਹੈ ਰੱਬ ਦਾ। ਜੇ ਤੁਸੀਂ ਰਾਜੇ ਦੀ ਉਲੰਘਣਾ ਕਰੋਗੇ ਤੇ ਹੌਲੀ ਹੌਲੀ ਮਤਲਬ ਐਕਿਨਾਸ ਦੇ ਹੌਲੀ ਹੌਲੀ ਤੁਸੀਂ ਦੇਖੋ ਮੈਕਾਲੇ ਖਤਮ ਹੋਇਆ ਤੇ ਹੁਣ ਫੇਰ ਦੁਬਾਰਾ ਜਿਹੜਾ ਹੈਗਾ ਗਾਂਧੀ ਵੀ ਖਤਮ ਹੋ ਗਿਆ ਜੀ, ਗਾਂਧੀ ਖਤਮ ਹੋ ਗਿਆ ਜੀ। ਤੇ ਹੌਲੀ ਹੌਲੀ ਐਕਿਨਾਸ ਜਿਹੜਾ ਹੈਗਾ ਫੇਰ ਆ ਗਿਆ। ਉਹ ਕਹਿੰਦਾ ਵੀ ਮਤਲਬ ਹੁਣ ਨੈਚੁਰਲੀ ਮਤਲਬ ਸਿਆਸਤ, ਅੱਜ ਦੀ ਜਿਹੜੀ ਸਿਆਸਤ ਹੈ 100% ਉਹ ਧਰਮ ਨਾਲ ਜੁੜ ਗਈ ਤੇ ਅੱਜ ਦੇ ਜਿਹੜੇ ਲੀਡਰਾਂ ਦੀ ਜਿਹੜੀ ਮੁਖਾਲਫਤ ਹੈ ਉਹ ਨੈਚੁਰਲੀ ਧਰਮ ਦੀ ਮੁਖਾਲਫਤ ਹੈ ਜੀ। ਤੇ ਉਹ ਸਮਝਦੇ ਨੇ ਵੀ ਜੇ ਤੁਸੀਂ ਮੇਰੀ ਮੁਖਾਲਫਤ ਕਰੋਗੇ ਤੁਸੀਂ ਆਪਣੇ ਧਰਮ ਤੋਂ ਹੱਥ ਧੋ ਕੇ ਬਹਿ ਜਾਓਗੇ, ਇਸ ਕਰਕੇ ਮੇਰੀ ਮੁਖਾਲਫਤ ਤਾਂ ਜਿਹੜੀ ਹੈਗੀ ਭਗਵਾਨ ਦੀ, ਰੱਬ ਦੀ ਮੁਖਾਲਫਤ ਹੈ। ਇੱਕ ਸਵਾਲ ਹੁੰਦਾ ਵੀ ਇੱਕ ਰਾਜਸ਼ਾਹੀ ਹੁੰਦੀ ਹੈ, ਹਾਂ, ਇੱਕ ਲੋਕਤੰਤਰ, ਹਾਂ, ਤੇ ਫਿਰ ਕਿਹੜਾ ਰਾਹ ਸਾਨੂੰ ਲੱਗਦਾ ਵੀ ਕਿਹੜੇ ਰਾਹ ਨੂੰ ਸਹੀ ਤਰੀਕੇ ਤੇ ਚੱਲਿਆ ਜਾ ਸਕਦਾ? ਤੁਸੀਂ ਕੀ ਸਮਝਦੇ ਹੋ? ਰਾਜਸ਼ਾਹੀ ਦੀ ਗੱਲ ਛੱਡੋ, ਮਤਲਬ ਇੰਡੀਆ ਦੇ ਵਿੱਚ ਅਗਰ ਅੱਜ ਆਪਾਂ ਦੇਖ ਲਈਏ, ਆਈ ਥਿੰਕ ਦੇयर इज नो ਡੈਮੋਕ੍ਰੇਸੀ ਜੀ। ਡੈਮੋਕ੍ਰੇਸੀ ਤਾਂ ਹੈ ਹੀ ਨਹੀਂ ਜੀ। ਇਟ ਵਾਜ਼ ਦਾ ਟਾਈਮ when democracy was called the government of the people, for the people and by the people. Democracy is a government of the people, for the people and by the people. ਲੋਕਾਂ ਲਈ ਚੁਣੀ ਸਰਕਾਰ ਹੌਲੀ ਹੌਲੀ ਇਹ ਬਦਲੀ ਜੀ, ਇਹਦੀ ਟਰਮ ਬਦਲ ਗਈ ਵੀ ਡੈਮੋਕ੍ਰੇਸੀ ਇਜ਼ ਦਾ ਗਵਰਨਮੈਂਟ ਆਫ ਦਾ ਫੂਲਸ, ਫॉर ਦਾ ਫੂਲਸ ਐਂਡ ਬਾਈ ਦਾ ਫੂਲਸ। ਮੂਰਖਾਂ ਲਈ, ਮੂਰਖਾਂ ਦੁਆਰਾ ਸਰਕਾਰ। ਪਰ ਅੱਜ ਦੀ ਇਹ ਵੀ ਗਈ। ਅੱਜ ਕਹਿ ਸਕਦੇ ਹਾਂ ਅਸੀਂ ਵੀ ਡੈਮੋਕ੍ਰੇਸੀ ਇਜ਼ ਦਾ ਗਵਰਨਮੈਂਟ ਆਫ ਦਾ ਕੈਪੀਟਲਿਸਟਸ, ਪੂੰਜੀਪਤੀਆਂ ਦੀ ਸਰਕਾਰ, ਆਫ ਦਾ ਕੈਪੀਟਲਿਸਟਸ, ਫॉर ਦਾ ਕੈਪੀਟਲਿਸਟ ਐਂਡ ਬਾਈ ਦਾ ਕੈਪੀਟਲਿਸਟ। ਪੂੰਜੀਪਤੀ ਨਿਰਮਾਣ ਕਰਦੇ ਨੇ, ਪੂੰਜੀਪਤੀਆਂ ਨੂੰ ਪਹਿਲਾਂ ਪਤਾ ਹੁੰਦਾ ਹੈ ਕਿਨੇ ਬਣਨਾ, ਸਾਡਾ ਪਤੀ ਆ ਹੋਏਗਾ। ਹਾਂ, ਪੂੰਜੀਪਤੀ ਕੌਣ ਹੈ? ਸਾਡੀ ਪੂੰਜੀ ਲੱਕੜ ਦੀ ਮੋਹਰ ਵਾਲਾ, ਰਬੜ ਦੀ ਮੋਹਰ ਕਹਿ ਸਕਦੇ ਹਾਂ। ਪਤਾ ਹੋਏਗਾ ਵੀ ਸਾਡੀ ਕਠਪੁਤਲੀ ਕੌਣ ਹੋਏਗੀ ਤੇ ਉਹਦੇ ਤੇ ਫਿਰ ਉਹ ਬਾਕਾਇਦਾ ਤੌਰ ਤੇ ਹੁਣ ਜੋ ਕੁਝ ਹੋ ਰਿਹਾ ਹੈ ਇਹ ਅਗਲੇ ਇਲੈਕਸ਼ਨ ਦੀ ਤਿਆਰੀ ਹੈ। ਜੋ ਭੂਮਿਕਾਵਾਂ ਬੰਨੀਆਂ ਜਾ ਰਹੀਆਂ, ਚਾਹੇ ਉਹ ਸਟੇਟ ਲੈਵਲ ਤੇ ਹੈ, ਚਾਹੇ ਉਹ ਸੈਂਟਰ ਲੈਵਲ ਤੇ ਹੈ। ਤੇ ਔਰ ਦੂਜੀ ਗੱਲ ਇਹ ਹੈ ਵੀ ਘਾਣ ਜਿਹੜਾ ਹੈਗਾ ਉਹ ਲੇਮੈਨ ਦਾ ਹੋ ਰਿਹਾ ਹੈ, ਸਧਾਰਨ ਜਨ। ਉਹ ਤੋਂ ਬਾਅਦ ਹੁਣ ਕੀ ਕਰਨਗੇ? ਇਹ ਹੋਰ ਨਵੇਂ ਮੁੱਦੇ ਲਿਆਉਣਗੇ ਵੀ ਜੀ ਆਹ ਫ੍ਰੀ ਕਰ ਦਾਂਗੇ, ਭੋਲੀ ਭਾਲੀ ਜਨਤਾ ਫਿਰ ਉਹਨਾਂ ਦੇ ਕਹਿਣੇ 'ਚ ਆ ਜਾਏਗੀ। ਇੱਕ ਮੀਡੀਆ ਦਾ ਵੀ ਵੱਡਾ ਰੋਲ ਹੋ ਜਾਂਦਾ ਜਦੋਂ ਇੱਕੋ ਚੀਜ਼ ਨੂੰ ਲੈ ਕੇ ਹਾਈਲਾਈਟ ਕਰ ਦੇਣਾ। ਨਹੀਂ, ਮੀਡੀਆ ਤਾਂ ਜਿਹੜਾ ਹੈਗਾ, ਤੈਨੂੰ ਮੇਰੀ ਗੱਲ ਤਾਂ ਸੁਣੋ, ਮੀਡੀਆ ਕੀ ਹੈ? ਜਦੋਂ ਤੈਨੂੰ ਪੈਸੇ ਮਿਲਣਗੇ ਕੰਮ ਦੇ ਤਾਂ ਜਿਹੜਾ ਤੈਨੂੰ ਪੈਸੇ ਦਊਗਾ ਤੂੰ ਉਹਦੇ ਹੱਕ 'ਚ ਹੀ ਬੋਲੇਗਾ। ਬਿਲਕੁਲ ਸਹੀ ਹੈ। ਜਿਹੜਾ ਤੇਰਾ ਢਿੱਡ ਭਰੂਗਾ ਮੈਂ ਤਾਂ ਉਹਨੂੰ ਹੀ ਰੱਬ ਮੰਨੂ, ਤੂੰ ਤਾਂ ਉਹਨੂੰ ਹੀ ਰੱਬ ਮੰਨੇਗਾ। ਮੀਡੀਆ ਕੀ ਹੈ? ਮੀਡੀਆ ਤਾਂ ਕੁਛ ਵੀ ਨਹੀਂ ਜੀ। ਮੀਡੀਆ ਤਾਂ ਹੁਣ ਇਸ ਟਾਈਮ ਦਾ ਮੀਡੀਆ ਇਜ਼, ਆਈ ਥਿੰਕ ਇਨ ਦੀਜ਼ ਡੇਜ਼ ਮੀਡੀਆ ਇਜ਼ ਦਾ ਬਿਗੇਸਟ ਬਿਜ਼ਨਸ। ਬਹੁਤ ਵੱਡਾ ਬਿਜ਼ਨਸ, ਬਹੁਤ ਵਧੀਆ। ਤੇ ਇੱਕ ਇਹ ਬਿਜ਼ਨਸ ਬਹੁਤ ਵਧੀਆ, ਇੱਕ ਬਾਬਿਆਂ ਦਾ। ਬਸ ਇਹਨਾਂ ਦਾ ਕਰੋਨਾ ਦਾ ਵੀ ਪ੍ਰਭਾਵ ਨਹੀਂ ਪੈਂਦਾ ਇਹਨਾਂ ਬਿਜ਼ਨਸ ਤੇ, ਇਸ ਬਿਜ਼ਨਸ ਤੇ। ਦੇਖੋ ਮੇਰੀ ਗੱਲ ਸੁਣੋ, ਕਰੋਨਾ ਦਾ ਕਿੱਥੇ ਪ੍ਰਭਾਵ ਹੈ? ਤੁਸੀਂ ਦੇਖੋ ਜੀ ਰੈਲੀਆਂ 'ਚ ਕਰੋਨਾ ਦਾ ਕੋਈ ਪ੍ਰਭਾਵ ਹੀ ਨਹੀਂ। ਜਦੋਂ ਇਲੈਕਸ਼ਨ ਲੈ ਰੈਲੀਆਂ ਨੇ ਤਾਂ ਕਰੋਨਾ ਦਾ ਕੋਈ ਪ੍ਰਭਾਵ ਨਹੀਂ। ਜਦੋਂ ਲੇਮੈਨ ਨੇ ਤਾਂ ਕਰੋਨਾ ਦਾ ਪ੍ਰਭਾਵ ਹੈ। ਦੁਕਾਨਾਂ ਵੀ 6 ਵਜੇ ਬੰਦ ਹੁੰਦੀਆਂ। ਯੈਸ, ਮਤਲਬ ਤੁਸੀਂ ਇਹ ਦੇਖੋ ਵੀ ਵਾਟ ਇਜ਼ ਦਿਸ। ਇਹਨੂੰ ਹੁਣ ਹੌਲੀ ਹੌਲੀ ਮਤਲਬ maybe a politics in gas cylinders, maybe a politics in masks, maybe a politics in medicines, maybe ਕੁਝ ਵੀ ਹੋ ਸਕਦਾ ਹੈ। ਇੱਕ ਬੁਝਾਰਤਾ ਸਾਡੇ ਲਈ। ਯੈਸ, ਸਾਡੇ ਲਈ ਇੱਕ ਬੁਝਾਰਤਾ। ਤੇ ਆਖਰ ਤੇ ਮੈਂ ਕਹੂੰਗਾ ਵੀ ਨੌਜਵਾਨ ਵਰਗ ਹਾਂਜੀ ਕੀ ਸੋਚੇ, ਕੀ ਕਰੇ, ਕੀ ਸਮਝੇ? ਦੇਖੋ ਮੈਂ ਦੁਬਾਰਾ ਇਹ ਗੱਲ ਕਹਿ ਰਿਹਾ ਨੌਜਵਾਨ ਵਰਗਾਂ ਨੂੰ ਜੀ, ਪੂਰੇ ਨੌਜਵਾਨ ਵਰਗ ਨੂੰ ਇਹ ਗੱਲ ਕਹਿ ਰਿਹਾ ਵੀ ਪੁੱਤਰ, ਜੋ ਵੀ ਹਾਲਾਤ ਰਹਿਣ, ਮੇਰਾ ਪੁੱਤ ਹਿੰਮਤ ਨਾ ਹਾਰਿਓ ਜੀ। ਜੇ ਹਿੰਮਤ ਹੈ ਨਾ ਤਾਂ ਸਭ ਕੁਝ ਹੈ। ਔਰ ਮੇਰਾ ਇਹ ਦਾਅਵਾ ਹੈ ਵੀ ਪੰਜਾਬੀ ਲੋਕਾਂ ਦੀ ਜਿਹੜਾ ਇਮਿਊਨ ਸਿਸਟਮ ਹੈ ਬਹੁਤ ਘੈਂਟ ਹੈ, ਬਹੁਤ ਗੁੱਡ ਹੈ। ਔਰ ਬਿਲਕੁਲ ਘਬਰਾਈਓ ਨਾ। ਘਬਰਾਹਟ ਦੇ ਨਾਲ ਜ਼ਿਆਦਾ ਪ੍ਰੋਬਲਮਾਂ ਆਉਂਦੀਆਂ ਨੇ। ਅੱਧੇ ਲੋਕ ਜਿਹੜੇ ਨੇ ਉਹ ਬਿਮਾਰੀ ਦੇ ਭੈ ਨਾਲ
ਕ੍ਰਿਟੀਕਲ ਹੁੰਦੇ ਨੇ ਜੀ ਬਿਮਾਰੀ ਨਾਲ ਨਹੀਂ ਹੁੰਦੇ। ਕਰੋਨਾ ਬਿਲਕੁਲ ਮੈਂ ਮੰਨਦਾ ਇਹ ਗੱਲ ਦਾ ਵੀ ਕਰੋਨਾ ਬਿਮਾਰੀ ਹੈ, ਪਰ ਕਰੋਨਾ ਐਡੀ ਵੀ ਖਤਰਨਾਕ ਬਿਮਾਰੀ ਨਹੀਂ ਕਿ ਉਹਦਾ ਕੋਈ ਇਲਾਜ ਨਹੀਂ। ਹੁਣ ਤਾਂ ਉਹਦਾ ਬਾਕਾਇਦਾ ਤੌਰ ਤੇ ਉਹਦਾ ਵੈਕਸੀਨ ਆ ਗਈ, ਆਫੀਸ਼ੀਅਲ ਆ ਗਏ। ਬਾਕੀ ਦੂਜੀ ਅੱਛਾ ਐਵੇਂ ਤਾਂ ਗੱਲ ਹੈ ਨਹੀਂ, ਵੈਕਸੀਨ ਅਗਰ ਆਏ ਨਹੀਂ ਤਾਂ ਨੈਚੁਰਲੀ ਉਹਦਾ ਕੋਈ ਨਾ ਕੋਈ ਇਫੈਕਟ ਤਾਂ ਹੋਏਗਾ ਹੀ। ਇੰਨੇ ਮੁਲਕ ਲਵਾ ਰਹੇ ਨੇ, ਕੁਝ ਲੋਕ ਉਹਦਾ ਵਿਰੋਧ ਵੀ ਕਰ ਰਹੇ ਨੇ, ਪਰ ਫਿਰ ਵੀ ਜਿਹੜਾ ਹੈਗਾ ਚਲੋ ਕੁਝ ਨਹੀਂ, ਇੱਕ ਉਮੀਦ ਦੀ ਇੱਕ ਕਿਰਨ ਹੈ। ਰੱਬ ਕਰੇ ਕਿ ਇਹ ਹਾਲਾਤ ਜਿਹੜੇ ਨੇ ਕਰੋਨਾ ਵੀ ਮੁਲਕ 'ਚੋਂ ਖਤਮ ਹੋ ਜਾਵੇ ਤੇ ਗੰਦੀ ਸਿਆਸਤ ਵੀ ਜਿਹੜੀ ਹੈ। ਤੇ ਇੱਕ ਸਵਾਲ, ਰਾਜਨੀਤੀ ਪੱਖ ਤੋਂ ਕੀ ਸੋਚਣ ਨੌਜਵਾਨ ਵਰਗ? ਰਾਜਨੀਤੀ ਪੱਖ ਤੋਂ ਨੌਜਵਾਨ ਵਰਗ 'ਚ ਐਡੀ ਹਿੰਮਤ ਨਹੀਂ ਕਿ ਨੌਜਵਾਨ ਵਰਗ ਡਾਇਰੈਕਟ ਰਾਜਨੀਤੀ 'ਚ ਐਂਟਰ ਕਰ ਜਾਵੇ। ਉਹਨਾਂ ਨੂੰ ਕੋਈ ਨਾ ਕੋਈ ਤਾਂ ਆਪਣਾ ਮਾਈ ਬਾਪ ਜਿਹੜਾ ਹੈਗਾ ਬਣਾਉਣਾ ਪਊਗਾ ਕਿਉਂਕਿ ਮੈਂ ਨੌਜਵਾਨਾਂ ਬਾਰੇ ਇਹ ਗੱਲ ਕਹਿ ਰਿਹਾ ਵੀ ਵੇਅਰ ਦੇਅਰ ਆਰ 6 ਯੂਥ ਦੇਅਰ ਆਰ 7 ਓਪੀਨੀਅਨਸ। ਜੀ, ਜਿੱਥੇ 6 ਨੌਜਵਾਨ ਖੜੇ ਨੇ ਉੱਥੇ 7 ਵਿਚਾਰਧਾਰਾ ਨੇ ਜੀ ਬਿਲਕੁਲ। ਔਰ ਕੱਲੇ ਬੰਦੇ ਦੀ ਵਿਚਾਰਧਾਰਾ ਇਹ ਹੈ ਵੀ ਜੀ ਪੋਲਿਟਿਕਸ ਆਫ ਕੇ ਇਜ਼ ਬੈਟਰ, ਪੋਲਿਟਿਕਸ ਆਫ ਏ ਇਜ਼ ਬੈਟਰ, ਪੋਲਿਟਿਕਸ ਆਫ ਬੀ ਇਜ਼ ਬੈਟਰ। ਤੇ ਉਹਨਾਂ ਨੂੰ ਆਪ ਕੀ ਬੈਟਰ ਲੱਗ ਰਿਹਾ ਕੁਝ ਨਹੀਂ ਪਤਾ। ਉਹਨਾਂ ਨੂੰ ਇਦਾਂ ਲੱਗਦਾ ਵੀ ਅਗਰ ਪੋਲਿਟਿਕਸ ਆਫ ਕੇ ਆ ਜਾਏਗੀ ਤਾਂ ਸਾਡਾ ਸ਼ਾਇਦ ਕਲਿਆਣ ਹੋ ਜੇ। ਜਿਹੜਾ ਬੰਦਾ ਬੀ ਨਾਲ ਅਟੈਚਡ ਹੈ ਉਹਨੂੰ ਇਦਾਂ ਜੇ ਪੋਲਿਟਿਕਸ ਆਫ ਬੀ ਆ ਜੇ ਤਾਂ ਸ਼ਾਇਦ ਉਹਦਾ ਮਤਲਬ ਜਿਹੜਾ ਅਲੱਗ-ਅਲੱਗ ਨਜ਼ਰੀਏ ਤੋਂ ਅਲੱਗ-ਅਲੱਗ ਇਸ਼ਾਵਾਂ ਨੇ, ਅਲੱਗ-ਅਲੱਗ। ਹੁਣ ਨਵੀਂ ਇੱਕ ਹੋਪ ਜਾਪੀ ਹੈ ਦ ਪੋਲਿਟਿਕਸ ਆਫ ਐਸ। ਜੀ ਠੀਕ ਹੈ ਨਹੀਂ ਤੇ ਮੇ ਬੀ ਹੋ ਸਕਦਾ ਹੈ ਕੁਝ ਚੰਗੇ ਵਰਗ ਇਕੱਠੇ ਹੋ ਜਾਣ ਜੀ। ਤੇ ਮਤਲਬ ਰੱਬ ਕਰੇ ਕਿ ਮੇਰਾ ਖਿਆਲ ਹੈ ਐਜੂਕੇਟਿਡ ਇਮਾਨਦਾਰ ਓਨੈਸਟ ਲੋਕਾਂ ਨੂੰ ਜਿਹੜੇ ਪੈਸ਼ਨ ਰੱਖਦੇ ਨੇ ਇਹ ਭੁੱਲ ਜਾਣ ਜੀ ਵੀ ਹੂ ਵਿਲ ਬੀ ਦਾ ਚੀਫ ਮਿਨਿਸਟਰ ਆਫ ਦਾ ਕੰਟਰੀ, ਭੁੱਲ ਜਾਣ ਹੂ ਵਿਲ ਬੀ ਦਾ ਚੀਫ ਮਿਨਿਸਟਰ ਆਫ ਦਾ ਸਟੇਟ, ਹੂ ਵਿਲ ਬੀ ਦਾ ਪ੍ਰਾਈਮ ਮਿਨਿਸਟਰ ਆਫ ਦਾ ਕੰਟਰੀ, ਭੁੱਲ ਜਾਣ ਵੀ ਹੂਸੋਐਵਰ ਇਜ਼ ਅ ਗੁੱਡ ਫॉर ਦਾ ਸੈਂਟਰ, ਗੁੱਡ ਫॉर ਦਾ ਸਟੇਟਸ, ਮਤਲਬ ਹੀ ਸ਼ੁੱਡ ਕਮ ਫਾਰਵਰਡ। ਇੱਕ ਕੋਈ ਸ਼ੇਰ ਸੁਣਾ ਸਕੂੰ ਤਾਂ ਆਖਰ ਤੇ ਕੋਈ ਘੈਂਟ ਜਿਹਾ? ਦੇਖੋ ਸ਼ੇਰ ਜਿਹੜਾ ਹੈਗਾ ਸੁਣੋ, ਵਧੀਆ ਸ਼ੇਰ ਮਤਲਬ ਜਿਹੜੇ ਨੇ ਤੁਹਾਡੇ ਤਾਂ ਸਾਰੇ ਹੀ ਵਧੀਆ ਨੇ। ਨਹੀਂ ਕੋਈ ਐਸੀ ਗੱਲ ਨਹੀਂ, ਮਤਲਬ ਜਿਹੜੇ ਹਾਲਾਤ ਹਾਜ਼ਰਾ ਤੇ ਜਿਹੜੇ ਸ਼ੇਰ ਨੇ ਜੀ, ਮਤਲਬ ਇੱਕ ਨਵੀਂ ਕਵਿਤਾ ਲਿਖੀ ਸੀਗੀ ਕਿ ਪਿਓ ਵਾਲੀ ਜਾਗੀਰ ਚੋਂ ਦੋਵੇਂ ਪੁੱਤਰ ਹਿੱਸਾ ਵੰਡ ਲੈਂਦੇ ਜੀ। ਪਿਓ ਵਾਲੀ ਜਾਗੀਰ ਚੋਂ ਦੋਵੇਂ ਪੁੱਤਰ ਹਿੱਸਾ ਵੰਡ ਲੈਂਦੇ, ਮਾਂ ਜੇ ਚਾਂਦੀ ਸੋਨਾ ਹੁੰਦੀ ਅੱਧਾ ਵੰਡ ਲੈਂਦੇ। ਮਾਂ ਜੇ ਚਾਂਦੀ ਸੋਨਾ ਹੁੰਦੀ ਹਾਂ ਅੱਧਾ ਵੰਡ ਲੈਂਦੇ। ਪਿਓ ਵਾਲੀ ਜਾਗੀਰ ਚੋਂ ਦੋਵੇਂ ਪੁੱਤਰ ਹਿੱਸਾ ਵੰਡ ਲੈਂਦੇ, ਮਾਂ ਜੇ ਚਾਂਦੀ ਸੋਨਾ ਹੁੰਦੀ ਅੱਧਾ ਵੰਡ ਲੈਂਦੇ। ਜੇ ਮੰਜ਼ਿਲ ਤੇ ਪੁੱਜ ਕੇ ਆਪਾਂ ਦੋਵਾਂ ਨੇ ਅੱਡ ਹੋਣਾ ਸੀ ਜੀ, ਜੇ ਮੰਜ਼ਿਲ ਤੇ ਪੁੱਜ ਕੇ ਆਪਾਂ ਦੋਵਾਂ ਨੇ ਅੱਡ ਹੋਣਾ ਸੀ ਜੀ, ਚੰਗਾ ਹੁੰਦਾ ਰਸਤੇ ਵਿੱਚ ਹੀ ਆਪਣਾ ਰਸਤਾ ਵੰਡ ਲੈਂਦੇ। ਹਾਂ, ਰਸਤੇ 'ਚ ਹੀ ਰਸਤਾ ਵੰਡ ਲੈਂਦੇ। ਚੰਗਾ ਹੁੰਦਾ ਰਸਤੇ ਵਿੱਚ ਹੀ ਆਪਣਾ ਰਸਤਾ ਵੰਡ ਲੈਂਦੇ, ਬਾਹਰ ਵਾਲੀਆਂ ਧੁੱਪਾਂ ਛਾਵਾਂ ਵੰਡ ਲੈਵਨ ਤੋਂ ਚੰਗਾ ਏ। ਬਾਹਰ ਵਾਲੀਆਂ ਧੁੱਪਾਂ ਸਿਆਸਤਦਾਨਾਂ ਨੂੰ ਵੀ ਇਹ ਗੱਲ ਮੈਂ ਕਹਿ ਰਿਹਾ ਕਿ ਬਾਹਰ ਵਾਲੀਆਂ ਧੁੱਪਾਂ ਛਾਵਾਂ ਵੰਡ ਲੈਵਨ ਤੋਂ ਚੰਗਾ ਏ। ਦੋਵੇਂ ਭਾਈ ਅੰਦਰ ਵਾਲਾ ਮਿਲ ਕੇ ਹਨੇਰਾ ਵੰਡ ਲੈਂਦੇ। ਬਿਲਕੁਲ। ਛੋਟਾ ਪਿਓ ਨੂੰ ਘਰ ਲੈ ਜਾਂਦਾ, ਬੇਬੇ ਰਹਿੰਦੀ ਵੱਡੇ ਨਾਲ। ਛੋਟਾ ਪਿਓ ਨੂੰ ਘਰ ਲੈ ਜਾਂਦਾ, ਬੇਬੇ ਰਹਿੰਦੀ ਵੱਡੇ ਨਾਲ। ਵੰਡਾਂ ਪੈਣ ਤੇ ਦੋਵੇਂ ਭਾਈ ਇੱਕ ਰਿਸ਼ਤਾ ਵੰਡ ਲੈਂਦੇ ਜੀ। ਮੋਏ ਪਿਓ ਦੇ ਲਾਏ ਸੁੱਕੇ ਰੁੱਖ ਨੇ ਉਲਝਣ ਪਾ ਦਿੱਤੀ ਜੀ। ਮੋਏ ਪਿਓ ਦੇ ਲਾਏ ਸੁੱਕੇ ਰੁੱਖ ਨੇ ਉਲਝਣ ਪਾ ਦਿੱਤੀ। ਹਰਾ ਭਰਾ ਜੀ ਹੁੰਦਾ ਪੁੱਤਰ ਪੱਤਾ ਵੰਡ ਲੈਂਦੇ। ਪਿਓ ਵਾਲੀ ਜਾਗੀਰ ਚੋਂ ਜੀ, ਬਹੁਤ ਕਮਾਲ ਤੇ ਲੈਂਦੇ, ਮਾਂ ਜੇ ਚਾਂਦੀ ਸੋਨਾ ਹੁੰਦੀ ਅੱਧਾ ਬਹੁਤ ਭਾਵੁਕ ਹੈ ਨਾ ਗੱਲ ਸੀ ਇਹ। ਸੋ ਸਰ ਮਿਹਰਬਾਨੀ। ਸੋ ਅਗਲੀ ਵਾਰੀ ਫਿਰ ਕੋਈ ਆਪਾਂ ਨਵੀਂ ਗੱਲਬਾਤ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਵਾਂਗੇ। ਠੀਕ ਹੈ। ਸੋ ਮਿਹਰਬਾਨੀ ਦਰਸ਼ਕੋ, ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਦੇ ਨਾਲ। ਮਿਹਰਬਾਨੀ, ਧੰਨਵਾਦ।